ਈਗਲ ਆਈ 24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਨਵਾਂ ਸ਼ਹਿਰ ਪਹੁੰਚੇ ਹਾਂ ਇਸ ਚੋਣ ਦੰਗਲ ਦੀ ਕਵਰੇਜ ਲਈ। ਅਤੇ ਜੋ ਇੱਥੋਂ ਸਾਡੇ ਕਾਂਗਰਸ ਵੱਲੋਂ ਵਿਧਾਇਕ ਸੀਗੇ ਅੰਗਦ ਸਿੰਘ ਸੈਣੀ ਜੀ, ਉਹਨਾਂ ਦੇ ਦਫ਼ਤਰ ਪਹੁੰਚੇ ਹਾਂ ਅਤੇ ਅਸੀਂ ਦੇਖਾਂਗੇ, ਪੁੱਛਾਂਗੇ, ਕੁਛ ਕੁਐਸਚਨ ਕਰਾਂਗੇ, ਪ੍ਰਸ਼ਨ ਕਰਾਂਗੇ। ਸਾਡੇ ਨਾਲ ਨੇ ਉਹਨਾਂ ਦੇ ਮਾਤਾ ਜੀ ਜਿਹੜੇ ਸਾਬਕਾ ਵਿਧਾਇਕ ਵੀ ਨੇ, ਅਤੇ ਉਹਨਾਂ ਨੂੰ ਅਸੀਂ ਪੁੱਛਾਂਗੇ ਕਿ ਉਹ ਕਿਸ ਮੁੱਦਿਆਂ 'ਤੇ ਚੋਣ ਲੜ ਰਹੇ ਨੇ ਅਤੇ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਕੀ ਸਾਰਾ ਹੀ ਉਹਨਾਂ ਦਾ ਕੀ ਹੋਏਗਾ ਜੋ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਸਹੂਲਤਾਂ ਦੇਣਗੇ। ਅਤੇ ਮੈਡਮ ਗੌਰ ਇਕਬਾਲ ਕੌਰ ਬਬਲੀ ਜੀ, ਜਿਨ੍ਹਾਂ ਦਾ ਨਾਮ ਹੈ, ਸਾਬਕਾ ਵਿਧਾਇਕਾ ਨੇ। ਅਤੇ ਮੈਡਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿਸ ਮੁੱਦੇ ਨੂੰ ਲੈ ਕੇ ਲੋਕਾਂ ਤੋਂ ਵੋਟਾਂ ਲੈ ਰਹੇ ਹੋ ਅਤੇ ਅੱਗੇ ਤੁਸੀਂ ਜਾ ਕੇ ਕੀ ਲੋਕਾਂ ਲਈ ਕੀ ਕਰੋਗੇ? ਸਰਦਾਰ ਦਿਲਬਾਗ ਸਿੰਘ ਦੇ ਪਰਿਵਾਰ ਨੂੰ ਅਸੀਂ ਬਿਲੋਂਗ ਕਰਦੇ ਹਾਂ। ਮੇਰੇ ਉਹ ਚਾਚਾ ਸਹੁਰਾ ਸਾਹਿਬ ਬੱਚੇ ਨੇ, ਉਹਨਾਂ ਦੀ ਗੋਦੀ 'ਚ ਹੀ ਅੱਖਾਂ ਖੋਲ੍ਹ ਕੇ ਦਾਦੇ ਦਾ ਪਿਆਰ ਉਹਨਾਂ ਤੋਂ ਹੀ ਪਾਇਆ। ਉਸ ਤੋਂ ਬਾਅਦ ਜੋ ਉਹਨਾਂ ਦੇ ਅਸੂਲ ਸੀ ਜਾਂ ਉਹਨਾਂ ਦੀ ਜ਼ਿੰਦਗੀ ਦੇ ਕੰਮ ਕਰਨ ਦੇ ਤਰੀਕੇ ਸੀ, ਇਸ ਬੱਚੇ ਨੂੰ ਸ਼ੁਰੂ ਤੋਂ ਹੀ ਇਹ ਕੁਐਸਚਨ ਪੁੱਛਦਾ ਹੁੰਦਾ ਸੀ ਅਤੇ ਮੈਂ ਦੱਸਦੀ ਰਹਿੰਦੀ ਸੀ। ਪਰ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਰਾਜਨੀਤੀ 'ਚ ਬਹੁਤ ਵੱਡੀਆਂ ਵੱਡੀਆਂ ਚੇਂਜਿਸ ਆ ਗਈਆਂ। ਤਾਂ ਮੇਰੇ ਬੱਚੇ ਨੂੰ ਆਪਣੇ ਟਾਈਮ ਦੇ ਵਿੱਚ ਮੈਂ ਯੂਥ ਦਾ ਪ੍ਰਧਾਨ ਬਣਾ ਕੇ ਇਸ ਨੂੰ ਨਾਲ ਸਮਝ ਲਓ ਕਿ 2018 ਤੋਂ ਪੂਰਾ ਸੀਰੀਅਸਲੀ ਮੇਰੇ ਨਾਲ ਇਹ ਕੰਮ ਕਰ ਰਿਹਾ, ਔਰ ਬਖੂਬੀ ਇਹਨੇ ਬਹੁਤ ਅੱਛਾ ਕੰਮ ਕੀਤਾ। ਐਫੀਸ਼ੀਐਂਟ ਬੱਚਾ ਹੈ। ਔਰ ਤੁਸੀਂ ਹੁਣ ਵੀ ਦੇਖਿਆ ਕਿ 4.5 ਸਾਲ ਦੀ ਟਰਮ ਦੇ ਵਿੱਚ ਇਹਨੇ ਆਪਣਾ ਕੰਮ ਜਿਹੜਾ ਹੈ ਐਜ਼ ਏ ਵੈਰੀ ਸੀਰੀਅਸ, ਵੈਰੀ ਓਨੈਸਟਲੀ ਔਰ ਡੈਡੀਕੇਟਲੀ ਆਪਣੇ ਇਲਾਕੇ ਦਾ ਕੀਤਾ। ਜੋ ਮੈਂ ਸੋਚਦੀ ਹਾਂ ਵਿਧਾਇਕ ਦੇ ਵਿੱਚ ਗੁਣ ਹੋਣੇ ਚਾਹੀਦੇ ਆ, ਉਹ ਇੱਕ IQ ਐਂਡ EQ ਲੈਵਲ ਦੋਨੋਂ ਬਹੁਤ ਅੱਛੇ ਹੋਣੇ ਚਾਹੀਦੇ ਆ। EQ ਲੈਵਲ ਕਿਉਂਕਿ ਸਰਦਾਰ ਦਿਲਬਾਗ ਸਿੰਘ ਜੀ ਤੋਂ ਅਸੀਂ ਇਹ ਗੁੜਤੀ 'ਚ ਲਿਆ ਹੋਇਆ। ਅਸੀਂ ਲੋਕਾਂ ਨੂੰ ਸਿਰਫ ਗੱਲਾਂ ਨਾਲ ਜਾਂ ਝੂਠੇ ਵਾਅਦਿਆਂ ਨਾਲ ਰਾਜਨੀਤੀ ਨਹੀਂ ਕਰਦੇ। ਅਸੀਂ ਹਰ ਫੈਮਿਲੀ ਨੂੰ ਅਡੋਪਟ ਕੀਤਾ ਹੋਇਆ, ਔਰ ਹਰ ਫੈਮਿਲੀ ਦਾ ਚੌਥੀ ਜਨਰੇਸ਼ਨ ਵੀ ਹੁਣ ਸਾਡੇ ਨਾਲ ਖੜੀ ਹੈ, ਮੇਰੇ ਬੱਚੇ ਦੇ ਨਾਲ। ਅੱਗੇ ਵੀ 3 ਵਾਰੀ ਇਹੋ ਜਿਹੀ ਭੁੱਲਾਂ ਕਾਂਗਰਸ ਪਾਰਟੀ ਨੇ ਕੀਤੀਆਂ। ਕਰੇ ਸਾਡਾ ਕੋਈ ਟੈਸਟ ਲੈਣਾ ਸੀ ਪਰਿਵਾਰ ਦਾ। ਇੱਕ ਵਾਰੀ ਸਰਦਾਰ ਦਿਲਬਾਗ ਸਿੰਘ ਜੀ ਨੂੰ ਨਹੀਂ ਟਿਕਟ ਦਿੱਤੀ ਗਈ, ਉਹ ਆਜ਼ਾਦ ਖੜ੍ਹੇ ਸੀ। ਉਸ ਤੋਂ ਬਾਅਦ ਇੱਕ ਵਾਰੀ ਚਰਨਜੀਤ ਸਿੰਘ ਚੰਨੀ ਮੇਰੇ ਜੇਠ ਸਾਹਿਬ ਨੂੰ ਉਹ ਡਿਜ਼ਰਵ ਕਰਦੇ ਸੀ, ਅਤੇ ਉਹਨਾਂ ਦੀ ਮਦਰ ਜਿਹੜੀ ਬਿਲਕੁਲ ਅਨਪੜ੍ਹ ਅਤੇ ਇਗਨੋਰੈਂਟ ਅਤੇ 72 ਸਾਲ ਦੀ ਲੇਡੀ ਸੀ, ਉਹਨਾਂ ਨੂੰ ਦੇ ਦਿੱਤੀ ਗਈ ਅਤੇ ਡਿਜ਼ਰਵਿੰਗ ਬੰਦੇ ਨੂੰ ਨਹੀਂ ਦਿੱਤੀ। ਉਦੋਂ ਵੀ ਆਜ਼ਾਦ ਖੜ੍ਹੇ ਹੋਏ। ਅਤੇ ਹੁਣ ਵੀ ਮੈਂ ਤਾਂ ਇਹੀ ਸੋਚਾਂਗੀ ਕਿ ਮੇਰਾ ਬੱਚਾ ਸੀਰੀਅਸਲੀ ਕੰਮ ਇਲਾਕੇ 'ਚ ਕਰਦਾ ਰਿਹਾ, ਇਲਾਕੇ ਦੀ ਗਰੋਥ ਲਈ ਕੰਮ ਕਰਦਾ ਰਿਹਾ। ਕੋਈ ਵੀ ਸੰਮਤੀ, ਕੋਈ ਵੀ ਜ਼ਿਲ੍ਹਾ ਪ੍ਰੀਸ਼ਦ, ਕੋਈ ਵੀ MC, ਕੋਈ ਵੀ ਰਾਹੋਂ ਦੀ MC ਔਰ ਕੋਈ ਵੀ ਕੋਆਪਰੇਟਿਵ ਸੁਸਾਇਟੀ, ਸਭ ਜਿੱਤੀਆਂ, ਸਭ ਕਿਸੇ 'ਚ ਫੇਲ ਨਹੀਂ ਹੋਇਆ। ਔਰ ਇਹੀ ਸੋਚਦੇ ਰਹੇ ਕਿ ਪੰਜਾਬ ਸਰਕਾਰ ਤੱਕ ਜਾ ਕੇ ਮਿਲੋ ਔਰ ਉਹਨਾਂ ਨੂੰ ਆਪਣੀ ਗੱਲ ਦੱਸੋ ਔਰ ਆਪਣੇ ਕੰਮ ਕਰਵਾਓ। ਕਦੀ ਸੋਚਿਆ ਹੀ ਨਹੀਂ ਸੀ ਕਿ ਸੈਂਟਰ ਜਾ ਕੇ ਵੀ ਚੌਂਕੀ ਭਰਨੀ ਚਾਹੀਦੀ ਹੈ ਜਾਂ ਉੱਥੇ ਜਾ ਕੇ ਕਦੀ ਉਹਨਾਂ ਨੂੰ ਆਪਣੀ ਸ਼ਕਲ ਦਿਖਾਉਣੀ ਚਾਹੀਦੀ ਹੈ। ਇਹੀ ਸੋਚਿਆ ਕਿ ਉਹਨਾਂ ਨੂੰ ਹਰ ਆਪਣੀ ਸਟੇਟ ਦੇ MLAਆਂ ਬਾਰੇ ਜ਼ਰੂਰ ਬਾਖੂਬੀ ਪਤਾ ਹੋਏਗਾ, ਰਿਪੋਰਟ ਕਾਰਡ ਉਹਨਾਂ ਕੋਲ ਪਹੁੰਚਦਾ ਹੋਏਗਾ ਅਖਬਾਰਾਂ ਦੇ ਜ਼ਰੀਏ, ਮੀਡੀਆ ਦੇ ਜ਼ਰੀਏ। ਪਰ ਇਹ ਤਾਂ ਅਚਨਚੇਤ ਹੋ ਗਿਆ ਕਿ ਜਦੋਂ ਕਿ ਇੱਕ ਐਕਸ MLA ਔਰ ਇੱਕ ਪ੍ਰੈਜ਼ੈਂਟ ਸਿਟਿੰਗ MLA, ਉਹਨਾਂ ਦੋਨਾਂ ਦਾ ਨਾਮ ਲਿਸਟ ਵਿੱਚ ਘੁੰਮਦਾ ਰਿਹਾ। ਠੀਕ ਹੈ। ਔਰ ਕਾਫੀ ਕੌਨਫੀਡੈਂਟਲੀ ਅਸੀਂ ਮਾਨ ਸੀ ਸਾਨੂੰ ਕਾਂਗਰਸ ਪਾਰਟੀ 'ਤੇ ਕਿ ਸਾਨੂੰ ਟਿਕਟ ਮਿਲੇਗੀ। ਅਤੇ ਇੱਕ ਦਿਨ ਪਹਿਲੇ ਕੁਛ ਨਟੋਰੀਅਸ ਲੋਕਾਂ ਨੇ ਗੈਂਗਡ ਅਪ ਹੋ ਕੇ ਜਾ ਕੇ ਕਿੱਦਾਂ ਬ੍ਰੇਨ ਵਾਸ਼ਿੰਗ ਉਹਨਾਂ ਦੀ ਕੀਤੀ, ਕਿਉਂ ਕੀਤੀ, ਔਰ ਜਿਸ ਦੇ ਕਰਕੇ ਕਿ ਜਿਹੜਾ ਬੰਦਾ ਆਲਰੇਡੀ ਕੈਪਟਨ ਸਾਹਿਬ ਦੀ ਪਾਰਟੀ, ਜਿਹੜੇ ਕਿ ਜਿਨ੍ਹਾਂ ਨੂੰ 6 ਮਹੀਨੇ ਆਪ ਹੀ ਸੈਂਟਰ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਸਾਈਡ 'ਤੇ ਹੋ ਜਾਓ ਅਤੇ ਅਸੀਂ ਹੁਣ ਚਰਨਜੀਤ ਸਿੰਘ ਚੰਨੀ ਜੀ ਨੂੰ ਥੋੜ੍ਹੀ ਦੇਰ ਕੰਮ ਕਰਨ ਦਾ ਮੌਕਾ ਦੇਣਾ। ਠੀਕ ਹੈ। ਅਤੇ ਉਹ ਕੁਛ ਚੰਦ ਲੋਕਾਂ ਨੇ ਜਾ ਕੇ ਉੱਥੇ ਗੱਲਾਂ ਕਰਕੇ ਇਹਨਾਂ ਦੀ ਜਿਹੜੀ ਟਿਕਟ ਹੈ, ਪੁਰਾਣੀ ਪਾਰਟੀ 'ਚੋਂ ਸਰੋਪਾ ਪਵਾ ਕੇ ਸਾਲ ਹੋ ਗਿਆ ਸੀ ਇਹਨਾਂ ਨੂੰ ਘੁੰਮਦੇ, ਅਤੇ ਫਿਰ ਇਹਨਾਂ ਨੇ ਕਿਹਾ ਜੀ ਮੈਨੂੰ ਦੁਬਾਰਾ ਤੋਂ ਲੈ ਕੇ ਆਓ ਕਾਂਗਰਸ ਪਾਰਟੀ 'ਚ, ਅਤੇ ਮਾਂ ਵੀ ਛੱਡੋ ਔਰ ਬੇਟਾ ਵੀ ਛੱਡੋ, ਮੈਨੂੰ ਟਿਕਟ ਦੇਵੋ ਅਤੇ ਮੈਂ ਤੁਹਾਨੂੰ ਝੋਲੀ 'ਚ ਪਾ ਕੇ ਦੇਣਾ। ਔਰ ਇਸ ਵੇਲੇ ਹਾਲ ਇਹ ਹੈ ਕਿ ਉਹ
ਇੱਕ ਲੜਕੀ ਇੱਥੇ ਕੋਈ ਸਾਡੀ ਸੈਣੀ ਸਭਾ ਦੀ ਪ੍ਰਧਾਨ ਬਣੀ ਫਿਰਦੀ ਹੈ। ਮੈਂ ਤੇ ਉਹਦੀ ਬੜੀ ਰਿਸਪੈਕਟ ਕੀਤੀ ਔਰ ਸੋਚਿਆ ਕਿ ਬੀਇੰਗ ਸੈਣੀ ਉਹ ਬਹੁਤ ਅੱਛਾ ਬਾਖੂਬੀ ਕੰਮ ਕਰੇਗੀ। 5-10 ਦਿਨ ਉਹ ਸਾਡੇ ਨਾਲ ਘੁੰਮਦੀ ਰਹੀ ਅਤੇ ਉਸ ਤੋਂ ਬਾਅਦ ਹੁਣ ਉਹ ਉਹਨਾਂ ਨਾਲ ਜਾ ਕੇ ਬੈਠੀ ਹੈ ਅਤੇ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਖੇਮੇ 'ਚ ਜਾ ਵੜੀ, ਇਹ ਕਹਿ ਕੇ ਕਿ ਮੈਂ ਤਾਂ ਜੀ ਕਾਂਗਰਸ ਹਾਂ। ਔਰ ਹੁਣ ਇਹ ਵੀ ਪਤਾ ਲੱਗ ਰਿਹਾ ਕਿ ਉਹ ਫੋਨ ਕਰਕੇ ਪੁੱਛ ਰਹੀ ਹੈ ਕਿ ਦੱਸੋ ਤੁਹਾਨੂੰ ਕੀ ਚਾਹੀਦਾ ਅਤੇ ਤੁਸੀਂ ਸਤਬੀਰ ਸਿੰਘ ਨੂੰ, ਪੱਲੀ ਚਿੱਕੀ ਨੂੰ ਤੁਸੀਂ ਵੋਟ ਪਾਓ। ਇਹੋ ਜਿਹੇ ਟਾਈਪ ਦੇ ਜਿਹੜੇ ਲੋਕ ਹੈ ਜਿਨ੍ਹਾਂ ਨੂੰ ਤੁਸੀਂ ਬਗੈਰ ਪੁੱਛੇ, ਬਗੈਰ ਤੁਸੀਂ ਇਲਾਕੇ ਤੋਂ ਪੁੱਛੇ, ਕਿਸੇ MLA ਤੋਂ ਪੁੱਛੇ, ਐਡੇ ਵੱਡੇ ਸੈਣੀ ਸਮਾਜ ਦੀ ਹਾਈਐਸਟ ਅਹੁਦਾ ਦੇ ਦਿੰਦੇ ਹੋ। ਅਤੇ ਮੈਂ ਵੀ ਤਾਂ ਸੈਣੀਆਂ ਦੀ ਨੂੰਹ ਹਾਂ, ਸੈਣੀਆਂ ਦੀ ਧੀ ਹਾਂ, ਅਤੇ ਆਈ ਥਿੰਕ ਆਈ ਐਮ ਏ ਵਿਮਨ ਆਫ ਸਬਸਟੈਂਸ। ਆਈ ਕੈਨ ਡੂ ਬੈਟਰ ਸਰਵਿਸਿਜ਼ ਟੂ ਸੈਣੀ, ਕਿਉਂਕਿ ਮੈਨੂੰ ਕੋਈ ਲਾਲਚ ਨਹੀਂ ਹੈ, ਨਾ ਮੈਨੂੰ ਪੈਸੇ ਦਾ ਲਾਲਚ ਹੈ ਔਰ ਮੇਰੇ ਕੋਲ ਕਾਫੀ ਟਾਈਮ ਸਮਾਂ ਵਿਹਲਾ ਹੈ ਜਿਹਦੇ 'ਚ ਮੈਂ ਸੇਵਾ ਨਿਭਾ ਸਕਦੀ ਸੀ। ਪਰ ਕਿਉਂਕਿ ਮੈਨੂੰ ਚੁਗਲੀ ਦੀ ਖੱਟੀ ਖਾਣੀ ਨਹੀਂ ਆਉਂਦੀ, ਨਾ ਮੈਂ ਕਿਸੇ ਦੀ ਲੱਤਾਂ ਖਿੱਚਦੀਆਂ, ਨਾ ਮੈਂ ਕਿਸੇ ਦੀ ਚੁਗਲੀ ਕਰਦੀਆਂ, ਨਾ ਮੈਂ ਜਾ ਕੇ ਕਿਸੇ ਦੇ ਜੁੱਤੇ ਚੱਟਦੀਆਂ। ਆਈ ਬਿਲੀਵ ਇਨ ਮਾਈ ਓਨੈਸਟ ਵਰਕਿੰਗ। ਇੱਕ ਮੈਮ ਇੱਕ ਹੋਰ ਜਿਹੜਾ ਪ੍ਰਸ਼ਨ ਮੇਨ ਹੈ, ਜਿਹੜਾ ਅੱਜ ਕੱਲ੍ਹ ਅੰਗਦ ਜੀ 'ਤੇ ਕੋਈ ਦੋਸ਼ ਲਗਾਏ ਜਾ ਰਹੇ ਆ ਮਾਈਨਿੰਗ ਦੇ, ਉਹਦੇ ਬਾਰੇ ਤੁਹਾਡੇ ਪਰਿਵਾਰ ਵੱਲੋਂ ਕੀ ਸਪਸ਼ਟੀਕਰਨ ਹੈ? ਦੇਖੋ ਜੀ, ਮੈਂ ਬੱਚੇ ਦੀ ਮਾਂ, ਮੈਂ ਘਰ 'ਚ ਰਹਿੰਦੀ ਹਾਂ। ਸਾਡੇ ਪਰਮਾਤਮਾ ਦੀ ਬਹੁਤ ਮਿਹਰ ਹੈ। ਮੈਨੂੰ ਪਤਾ ਕਿ ਹਾਊ ਮਚ ਇਨਕਮ ਵੀ ਹੈਵ ਫਰੋਮ ਆਰ ਹਸਬੈਂਡਸ ਸੋਰਸਿਸ। ਵੀ ਨੀਡ ਨਾਟ ਟੂ ਇੰਡਲਜ ਇਨ ਟੂ ਐਨੀ ਸਟੂਪਿਡ ਕਾਈਂਡ ਆਫ ਵਰਕ, ਕਿਉਂਕਿ ਕੁਛ ਲੋਕ ਇੱਥੇ ਚੰਦ ਐਸੇ ਹੈ ਜਿਹੜੇ ਕਿ ਪਾਰਟੀ ਦੇ ਨਾਲ ਜੁੜੇ ਹੈ, ABCD ਨਾਲ, ਠੀਕ ਹੈ। ਔਰ ਜਿਵੇਂ ਕਿ ਹੁਣ ਬੱਲੂ ਹੈ, ਉਹ ਸਾਰੇ ਜਿੰਨੇ ਵੀ ਪਲਾਟ ਵੇਚਣ ਵਾਲੇ ਲੁਟੇਰੇ, ਆਈ ਕੈਨ ਸੇ ਕਿ ਜਿਹੜੇ ਕਿ ਲੈਂਡ ਮਾਫੀਆ, ਉਹਨਾਂ ਨਾਲ ਕਨੈਕਟਡ ਸੀ, ਠੀਕ ਹੈ। ਸ਼ਰਾਬ ਮਾਫੀਆ ਨਾਲ ਕਨੈਕਟਡ ਸੀ ਅਤੇ ਉਹ ਉਹਦੇ ਅਕੋਰਡਿੰਗਲੀ ਕੰਮ ਕਰਦਾ ਸੀ। ਹੁਣ ਜਿਹੜਾ ਸਤਬੀਰ ਸਿੰਘ ਸੀ, ਉਹ ਜਾ ਕੇ ਰੈਗੂਲਰਲੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਚੌਕੀ ਭਰਦਾ ਸੀ, ਦਿੱਲੀ ਜਾ ਕੇ ਵੀ ਚੌਕੀ ਭਰਦਾ ਸੀ, ਅਤੇ ਮੈਨੂੰ ਉਹਨਾਂ ਦੇ ਮਹਿਲ ਤੱਕ ਜਾਣ ਦੀ ਰਸਤੇ ਨਹੀਂ ਸੀ ਪਤਾ ਔਰ ਉਹਨੂੰ ਸਾਰੇ ਗੁਪਤ ਦਰਵਾਜ਼ੇ, ਸਾਰੇ ਰਸਤੇ ਪਤਾ ਸੀ। ਕੀ ਕਾਰਨ ਸੀ ਕਿ ਇਹੋ ਜਿਹੇ ਲੋਕਾਂ ਨੂੰ ਗਲੇ ਲਗਾਇਆ ਜਾਂਦਾ ਸੀ ਅਤੇ ਚੰਗੇ ਲੋਕ ਜਿਹੜੇ ਕਿ ਇਲਾਕੇ ਲਈ ਕੰਮ ਕਰਦੇ ਹੈ ਔਰ ਸਿੰਸੀਅਰ ਹੈ ਕੈਪਟਨ ਸਾਹਿਬ ਅਤੇ ਸਾਰੀ ਕਾਂਗਰਸ ਦੇ ਨਾਲ, ਉਹਨਾਂ ਨੂੰ ਅਵੋਇਡ ਕੀਤਾ ਜਾਂਦਾ ਸੀ। ਕੀ ਕਾਰਨ ਹੈ ਕਿ ਕੈਪਟਨ ਸਾਹਿਬ ਨੇ ਜਦੋਂ ਮੈਨੂੰ ਪ੍ਰੋਮਿਸ ਕੀਤੀ ਕਿ ਤੂੰ, ਮੈਂ ਕਿਹਾ ਸਰ ਮੇਰੀ ਪ੍ਰੋਪਰਟੀ, ਮੇਰੀ ਜਿਹੜੀ ਟਰਾਂਸਪੋਰਟ ਹੈ, ਮੇਰਾ ਬ੍ਰਦਰ ਇਨ ਲਾ ਕਹਿੰਦਾ ਕਿ ਤੂੰ ਮੇਰੀ ਸਿਆਸੀ ਸੀਟ ਲਈ ਮੈਂ ਤੇਰੀ ਟਰਾਂਸਪੋਰਟ ਲੈਣ ਲੱਗਾ, ਮੈਂ ਸਾਈਨ ਕਰ ਦਵਾਂ। ਮੈਂ ਜੀ ਤੁਹਾਡੀ ਮਦਦ ਲੈ ਕੇ, ਤੁਹਾਡੀ ਐਸ਼ੋਰੈਂਸ ਲੈ ਕੇ ਮੈਂ ਸਾਈਨ ਕੀਤੇ ਸੀ ਕਿ ਮੇਰੀ ਰੋਜ਼ੀ ਰੋਟੀ ਮੇਰੀ ਟਰਾਂਸਪੋਰਟ ਹੈ, ਦੇਖਿਓ ਕਿਤੇ ਮੇਰੇ ਨਾਲ ਜ਼ਿਆਦਤੀ ਨਾ ਹੋ ਜਾਏ। ਅਤੇ ਜਦੋਂ ਮੈਂ ਮਦਦ ਮੰਗਣ ਗਈ, ਉਸ ਵੇਲੇ ਮੇਰੀ ਮਦਦ ਨਹੀਂ ਕੀਤੀ ਗਈ ਔਰ ਜਿੱਦਾਂ ਦਾ ਉੱਥੇ ਮਾਹੌਲ ਸੀ ਸਾਡਾ ਹੋਇਆ, ਮੈਨੂੰ ਆਪਣੀ ਸਰਕਾਰ ਦੇ ਖਿਲਾਫ ਆਪਣੇ ਮੁੰਡੇ ਅਤੇ ਆਪਣੀ ਧੀਆਂ ਨੂੰ ਲੈ ਕੇ ਸੜਕ 'ਤੇ ਬੈਠਣਾ ਪਿਆ। ਜੇ ਮੈਂ ਨਾ ਬੈਠਦੀ, ਜਿਹੜੇ ਲੋਕ ਉੱਥੇ ਸੀਗੇ ਬੜੇ ਗੰਦੇ ਮਾਈਂਡ ਦੇ ਔਰ ਬੜੇ ਉਹਨਾਂ ਦੀ ਰੈਪੂਟੇਸ਼ਨ ਖਰਾਬ ਸੀਗੀ ਪਹਿਲੇ ਦੀ, ਕਿ ਕੁਝ ਵੀ ਕਰ ਸਕਦੇ ਆ, ਜ਼ਮੀਨਾਂ ਮਾਫੀਆ, ਲੈਂਡ ਗ੍ਰੈਬਰਸ। ਤੁਹਾਡੇ ਕਹਿਣ ਤੋਂ ਭਾਵ ਕਿ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ? ਬਿਲਕੁਲ ਬਿਲਕੁਲ, 2 ਵਾਰੀ ਆਪਣੀ ਸਰਕਾਰ ਦੇ ਖਿਲਾਫ ਬੈਠੇ। ਉਹਨਾਂ ਜਿਹੜੇ ਬੰਦੇ ਨੇ ਸਾਡੀ 15, 17, 20 ਕਰੋੜ ਦੀ ਟਰਾਂਸਪੋਰਟ ਖਾਧੀ, ਉਸੇ ਬੰਦੇ ਦੇ ਭਰਾ ਨੂੰ ਇੱਥੇ ਲਿਆ ਕੇ ਫਿਰ SSP ਲਗਾ ਦਿੱਤਾ। ਸਾਨੂੰ ਪਰੇਸ਼ਾਨ ਕੀਤਾ ਗਿਆ ਨਾ ਇੱਕ ਚੰਗੇ ਭਲੇ ਬੰਦੇ ਨੂੰ, ਔਰ 2 ਵਾਰੀ ਸਾਨੂੰ ਉਹਦੇ ਕਰਕੇ ਸਾਨੂੰ ਸੜਕਾਂ 'ਤੇ ਬੈਠਣਾ ਪਿਆ। ਸਾਨੂੰ ਸੜਕਾਂ 'ਤੇ ਬੈਠ ਕੇ ਉਹਦੇ ਲਈ ਸਾਨੂੰ ਐਜੀਟੇਟ ਕਰਨਾ ਪਿਆ ਅਤੇ ਹਰ ਛੋਟੀ ਛੋਟੀ ਗੱਲ ਪਿੱਛੇ ਬੱਚੇ ਨੂੰ ਬੁਲੀ ਕੀਤਾ ਗਿਆ। ਜਿੰਨੀ ਵਾਰੀ ਬੱਚਾ ਮਿਲਣ ਗਿਆ, ਉਹਨੂੰ ਮਿਲਣ ਨਹੀਂ ਦਿੱਤਾ ਗਿਆ ਕੈਪਟਨ ਸਾਹਿਬ ਨੂੰ, ਔਰ ਉਹਨੂੰ ਸਤਬੀਰ ਪੱਲੀ ਚਿੱਕੀ ਨੇ ਤੇ ਇੱਕੋ ਹੀ ਬੀੜਾ ਚੱਕਿਆ ਹੋਇਆ ਸੀ, ਇਹ ਜੀ ਆਪਣੀ ਮਾਂ ਦੇ ਗਲੇ 'ਚ ਗੂਠਾ ਦੇ ਕੇ ਉਹਦੀ ਸੀਟ ਲੈ ਕੇ ਬੈਠਾ। ਜਦ ਕਿ ਮੈਂ ਸਾਰੇ ਪੰਜਾਬ ਦੇ MLAs ਨੂੰ ਔਰ ਸਿਆਸਤਦਾਨਾਂ ਨੂੰ ਇੱਕ ਐਗਜ਼ਾਮਪਲ ਛੋੜ ਕੇ ਜਾ ਰਹੀ ਸੀ ਕਿ ਜਿਹੜਾ ਬਜ਼ੁਰਗ ਹੈ ਉਹ 65 ਸਾਲਾਂ ਤੋਂ ਬਾਅਦ ਆਪਣੇ ਬੱਚਿਆਂ ਨੂੰ, ਯੰਗ ਸਿਆਣੇ ਕੇਪੇਬਲ ਬੱਚਿਆਂ ਨੂੰ ਨਾਲ ਦੀ ਨਾਲ ਪੋਲਿਸ਼ ਕਰਨ, ਉਹਨਾਂ ਨੂੰ ਅੱਗੇ ਆਉਣ ਦੇਣ, ਤਾਂ ਕਿ ਸਾਡਾ ਮੁਲਕ ਜਿਹੜਾ ਪ੍ਰੋਗਰੈਸਿਵ ਹੋ ਕੇ ਚੱਲੇ। ਵੱਡੇ ਜਿਹੜੇ ਉਹ ਸਲਾਹਕਾਰ ਕਮੇਟੀ ਬਣ ਜਾਣ, ਜਿਹੜੇ ਛੋਟੇ ਹੈ ਉਹ ਅਗਰੈਸਿਵਲੀ ਆਪਣੇ ਇਲਾਕੇ ਲਈ ਕੰਮ ਕਰਨ। ਆਖਰੀ ਸਵਾਲ, ਅੰਗਦ ਜੀ ਆਜ਼ਾਦ ਚੋਣ ਲੜਨ ਦੇ ਬਾਵਜੂਦ ਸੀਟ ਕੱਢ ਰਹੇ ਨੇ? ਦੇਖੋ, ਅੰਗਦ ਸਿੰਘ ਜੀ ਜਿੱਤਣ ਕਿ ਅੰਗਦ ਸਿੰਘ ਜੀ ਨਾ ਜਿੱਤਣ, ਇਹ ਨਹੀਂ ਆਈਡੀਆ। ਸਾਡੇ ਇਲਾਕੇ ਦੇ ਲੋਕਾਂ ਨੇ ਸਾਨੂੰ ਇਹ ਕਿਹਾ
ਕਿ ਜੇ ਕਾਂਗਰਸ ਨੇ ਸਾਨੂੰ ਇੱਕ ਅੱਛਾ ਕੰਮ ਕਰਨ ਦੇ ਬਾਵਜੂਦ ਮੋਟੀਵੇਟ ਨਹੀਂ ਕੀਤਾ, ਡੀਮੋਟੀਵੇਟ ਕੀਤਾ ਸਾਡੇ ਬੰਦੇ ਨੂੰ, ਤੇ ਸਾਡੀ ਜਿਹੜੀ ਕਾਂਗਰਸ ਪਾਰਟੀ ਹੈ ਉਹ ਦਿਲਬਾਗ ਸਿੰਘ ਦੇ ਨਾਮ ਨਾਲ ਚੱਲਦੀ ਹੈ, ਨਾ ਕਿ ਅਸੀਂ ਮੁਹਤਾਜੀ ਨਹੀਂ ਇਸ ਚੀਜ਼ ਦੀ ਕਰਦੇ। ਠੀਕ ਹੈ, ਜੇ ਸਾਨੂੰ ਗ੍ਰੇਸਫੁਲੀ ਦੇ ਦਿੰਦੇ ਤੇ ਸਗੋਂ ਉਹਨਾਂ ਦੀ ਹੀ ਗ੍ਰੇਸ ਵਧਣੀ ਸੀ। ਜਿਹੜੇ ਲੋਕ ਸਾਨੂੰ ਚੰਗੀ ਤਰ੍ਹਾਂ ਜਾਣਦੇ ਹੈ ਉਹਨਾਂ ਲੋਕਾਂ ਨੇ ਜ਼ਰੂਰ ਉੱਪਰ ਦਿੱਲੀ ਦਰਬਾਰ ਦੇ ਵਿੱਚ ਰਾਹੁਲ ਜੀ ਪ੍ਰਿਯੰਕਾ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਹੋਏਗੀ ਕਿ ਜੇ ਤੁਸੀਂ ਇਸ ਫੈਮਿਲੀ 'ਤੇ ਸ਼ੱਕ ਕਰ ਰਹੇ ਹੋ ਫਿਰ ਤੁਸੀਂ ਬਹੁਤ ਵੱਡੀ ਗਲਤੀ ਕਰ ਰਹੇ ਹੋ, ਪਰ ਸ਼ਾਇਦ ਉਹਨਾਂ ਦੀ ਵੀ ਉੱਥੇ ਨਹੀਂ ਚੱਲੀ। ਬਹੁਤ ਬਹੁਤ ਧੰਨਵਾਦ ਜੀ ਵਿਧਾਇਕਾ ਗੁਰਿਕਵਾਲ ਕੌਰ ਨਾਲ, ਜਿਨ੍ਹਾਂ ਨੇ ਦੱਸਿਆ ਕਿ ਜੋ ਉਹਨਾਂ ਨਾਲ ਬੀਤੀ ਹੈ ਉਹਨਾਂ ਨੇ ਆਪ ਬੀਤੀ ਦੱਸੀ ਹੈ। ਅਤੇ ਤੁਹਾਡਾ ਮੈਡਮ ਜੀ ਬਹੁਤ ਬਹੁਤ ਧੰਨਵਾਦ। ਤਾਰੀ ਲੋਧੀਪੁਰੀਆ ਨਾਲ ਛਿੰਜੀ ਲੜਵਾ।